हेलो स्टूडेंट, गुड मॉर्निंग टू ऑल ऑफ यू। बेटा ਜਿਹੜਾ ਨੈਕਸਟ ਲੈਕਚਰ ਆਪਣਾ ਨੈਟਵਰਕ ਦਾ ਤੁਹਾਡਾ ਕੰਪਿਊਟਰ ਨੈਟਵਰਕ ਦਾ ਨੈਟਵਰਕ ਸਿਕਿਉਰਿਟੀ ਬਾਰੇ ਆਪਾਂ ਡਿਸਕਸ ਕਰਨਾ ਵੀ ਜੇ ਕੋਈ ਵੀ ਆਪਾਂ ਨੈਟਵਰਕ ਕ੍ਰੀਏਟ ਕਰਦੇ ਤਾਂ ਉਹਦੇ ਉੱਪਰ ਆਪਾਂ ਸਿਕਿਉਰਿਟੀ ਵਗੈਰਾ ਕਿਵੇਂ ਲਗਾਉਂਦੇ ਆ। ਠੀਕ ਹੈ, ਪਹਿਲਾਂ ਆ ਗਿਆ ਆਪਣਾ ਇੰਟਰੋਡਕਸ਼ਨ ਦੇ ਵਿੱਚ ਕੀ ਹੁੰਦਾ ਬੇਟਾ, ਵੈਨ ਵੀ ਟਾਕ ਅਬਾਊਟ ਸਿਕਿਉਰਿਟੀ, ਜਦੋਂ ਆਪਾਂ ਸਿਕਿਉਰਿਟੀ ਦੇ ਬਾਰੇ ਗੱਲ ਕਰਦੇ ਆ ਵੀ ਨੋ ਵਾਟ ਵਾਂਟ, ਤਾਂ ਆਪਾਂ ਨੂੰ ਇਹ ਪਤਾ ਹੁੰਦਾ ਵੀ ਆਪਾਂ ਕੀ ਚਾਹੁੰਦੇ ਆ। ਬਟ ਡਿਸਕ੍ਰਾਈਬਿੰਗ ਇਟ, ਆਪਾਂ ਕੀ ਕਹਿਣਾ ਚਾਹੁੰਦੇ ਹੋ। ਐਂਡ ਇਟ ਮੇਕਿੰਗ ਇਟ ਹੈਪਨ ਕੈਨ ਵੀ ਡਿਫਰੈਂਟ ਮੈਟਰ ਆਲ ਟੂਗੈਦਰ, ਮਤਲਬ ਕਿ ਇਹ ਕੀ ਆ, ਅਲੱਗ-ਅਲੱਗ ਮੈਟਰ ਆ ਜਿਹੜੇ ਆਪਾਂ ਇਕੱਠੇ ਡਿਸਕਸ ਕਰਦੇ ਹਾਂ। ਤਾਂ ਨੈਟਵਰਕ ਸਿਕਿਉਰਿਟੀ ਹੈਜ਼ ਆ ਨੈਚੁਰਲ ਕਨਫਲੈਕਟ ਵਿਦ ਨੈਟਵਰਕ ਕਨੈਕਟੀਵਿਟੀ, ਜਿਹੜੀ ਨੈਟਵਰਕ ਸਿਕਿਉਰਿਟੀ ਆ ਮਤਲਬ ਕਿ ਕੀ ਇੱਕ ਨੈਚੁਰਲ ਕਨਫਲੈਕਟ ਆ, ਇੱਕ ਪ੍ਰੋਬਲਮ ਆ ਜਿਹੜੀ ਮਤਲਬ ਨੈਟਵਰਕ ਕਨੈਕਟੀਵਿਟੀ ਦੇ ਨਾਲ ਕੀ ਕਰਦੇ ਆ ਆਪਾਂ ਸੋਲਵ ਕਰਦੇ ਹਾਂ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਗਾ, ਦਾ ਮੋਰ ਐਂਡ ਜਿਵੇਂ ਆਟੋਨੋਮੀਸ ਕਹਿੰਦੇ ਸਿਸਟਮ ਓਪਨ ਇਟ ਸੈਲਫ ਅਪ, ਆਪਣੇ ਆਪ ਹੀ ਮਤਲਬ ਕਿ ਬਹੁਤ ਚੀਜ਼ਾਂ ਨੂੰ ਓਪਨ ਕਰਦਾ। ਦਾ ਮੋਰ ਰਿਸਕ ਇਟ ਟੇਕਸ ਔਨ, ਬਹੁਤ ਸਾਰੇ ਰਿਸਕ ਲੈਂਦਾ। ਤਾਂ ਦਿਸ ਇਨ ਦਾ ਟਰਨ ਰਿਕੁਆਇਰ ਦੈਟ ਮੋਰ ਐਫਰਟ ਟੂ ਬੀ ਅਪਲਾਈਡ ਟੂ ਸਿਕਿਉਰਿਟੀ ਇਨਫੋਰਸਮੈਂਟ ਟਾਸਕ, ਤਾਂ ਸਿਕਿਉਰਿਟੀ ਇਨਫੋਰਸਮੈਂਟ ਟਾਸਕ ਦੇ ਉੱਪਰ ਬਹੁਤ ਸਾਰੇ ਐਫਰਟ ਜਿਹੜੀ ਆਪਾਂ ਨੂੰ ਲਗਾਉਣੀਆਂ ਪੈਂਦੀਆਂ ਨੇ। ਤਾਂ ਨੈਟਵਰਕ ਸਿਕਿਉਰਿਟੀਜ਼ ਕਹਿੰਦੇ ਕੰਪਲੀਕੇਟਡ ਸਬਜੈਕਟ ਹਿਸਟੋਰੀਕਲ ਓਨਲੀ ਟੈਕਲਡ ਬਾਈ ਵੈਲ ਟ੍ਰੇਨਡ ਐਂਡ ਐਕਸਪੀਰੀਅੰਸਡ ਐਕਸਪਰਟ, ਜਿਹੜੀ ਨੈਟਵਰਕ ਸਿਕਿਉਰਿਟੀ ਸਿਰਫ ਮਤਲਬ ਕਿ ਪੂਰੇ ਜਿਹੜੇ ਵੈਲ ਟ੍ਰੇਨਡ ਪੂਰੇ ਐਕਸਪੀਰੀਅੰਸਡ ਪਰਸਨ ਉਹਨਾਂ ਦੇ ਦੁਆਰਾ ਹੀ ਟੈਕਲ ਕੀਤੀ ਜਾ ਸਕਦੀ ਹੈ। ਠੀਕ ਹੈ ਜੀ, ਮੋਰ ਪੀਪਲ ਬਿਕਮ ਦਾ ਵਾਇਡ, ਜੇ ਮਤਲਬ ਕਿ ਬਹੁਤ ਸਾਰੇ ਪੀਪਲ ਆਪਾਂ ਵਾਇਡ ਬਣ ਜਾਂਦੇ ਨੇ। ਕਹਿੰਦੇ ਇਨਕਰੀਜ਼ਿੰਗ ਨੰਬਰ ਆਫ ਪੀਪਲ ਨੀਡ ਟੂ ਅੰਡਰਸਟੈਂਡ ਦਾ ਬੇਸਿਸ ਆਫ ਦਾ ਸਿਕਿਉਰਿਟੀ ਇਨ ਨੈਟਵਰਕ ਵਰਡ ਦੇ ਵਿੱਚ ਮਤਲਬ ਕਿ ਸਿਕਿਉਰਿਟੀ ਨੂੰ ਅੰਡਰਸਟੈਂਡ ਕਰਵਾਉਣ ਦੇ ਲਈ ਮਤਲਬ ਇਹਦੀ ਸਿਕਿਉਰਿਟੀ ਹੈ ਜਿਹੜੀ ਆਪਾਂ ਨੇ ਵੱਧ ਜਾਂਦੀ ਆ। ਜਿਵੇਂ ਸੈਕਿੰਡ ਪੈਰੇ ਦੇ ਵਿੱਚ ਦੇਖੋ, ਇਨ ਸਿੰਪਲ ਵਰਡ ਸਿਕਿਉਰਿਟੀ ਮੀਨਸ ਟੂ ਪ੍ਰੋਟੈਕਟ ਦਾ ਡਾਟਾ, ਸਿੰਪਲ ਵਰਡਸ ਦੇ ਵਿੱਚ ਆਪਾਂ ਸਿਕਿਉਰਿਟੀ ਦਾ ਮਤਲਬ ਹੁੰਦਾ ਵੀ ਡਾਟੇ ਨੂੰ ਪ੍ਰੋਟੈਕਟ ਕਰਵਾਉਣਾ ਕਾਹਦੇ ਤੋਂ, ਜਾਂ ਮੀਨਿੰਗਫੁਲ ਇਨਫੋਰਮੇਸ਼ਨ ਫਰੋਮ ਅਨਆਥੋਰਾਈਜ਼ ਯੂਜ਼ਰ, ਜਿਹੜੇ ਯੂਜ਼ਰ ਇਹਦੇ ਹਿੱਸਾ ਨਹੀਂ ਹੈਗੇ, ਇਹਦੇ ਪਾਰਟੀਸਪੇਟ ਨਹੀਂ ਹੈਗੇ, ਉਸ ਤੋਂ ਮਤਲਬ ਕਿ ਡਾਟੇ ਨੂੰ ਆਪਾਂ ਕੀ ਕਰਵਾਉਣਾ, ਪ੍ਰੋਟੈਕਟ ਕਰਵਾਉਣੇ ਆ। ਜਿਵੇਂ ਮਲੀਸੀਅਸ ਕਹਿੰਦੇ ਯੂਜ਼ਰ ਵਿਚ ਕੈਨ ਹਾਰਮ ਯੂ ਡਾਟਾ, ਜੇ ਬਹੁਤ ਸਾਰੇ ਯੂਜ਼ਰ ਹੁੰਦੇ ਆ ਤਾਂ ਉੱਥੇ ਆਪਣੇ ਡਾਟੇ ਨੂੰ ਕੀ ਕਰਦੇ ਨੇ, ਹਾਰਮ ਕਰਦੇ ਨੇ, ਮਤਲਬ ਕਿ ਆਪਣੇ ਡਾਟੇ ਨਾਲ ਛੇੜਛਾੜ ਹੁੰਦੀ ਆ। ਤਾਂ ਨੈਟਵਰਕ ਸਿਕਿਉਰਿਟੀ ਟੇਕ ਕੇਅਰ ਆਫ ਦਾ ਪੀਪਲ ਦੈਟ ਕੈਨ ਨਾਟ ਰੀਡ ਔਰ ਐਡਿਟ ਦਾ ਡਾਟਾ ਸਮ ਆਫ ਅਦਰ ਯੂਜ਼ਰ ਵਿਦਆਊਟ ਦੇਅਰ ਪਰਮਿਸ਼ਨ, ਜੇਕਰ ਨੈਟਵਰਕ ਸਿਕਿਉਰਿਟੀ ਅਪਲਾਈ ਕੀਤੀ ਗਈ ਹੈ ਤਾਂ ਦੂਸਰੇ ਲੋਕ ਇਹਦੇ ਵਿੱਚ ਚੇਂਜਸ ਆ ਜਿਹੜੀਆਂ ਨਹੀਂ ਕਰ ਸਕਦੇ ਆਪਣੀ ਪਰਮਿਸ਼ਨ ਤੋਂ ਬਿਨਾਂ। ਤਾਂ ਮੋਸਟ ਸਿਕਿਉਰਿਟੀ ਰਿਲੇਟਡ ਪ੍ਰੋਬਲਮਸ ਆਰ ਕੇਸਡ ਬਾਈ ਵੈਰੀਅਸ ਟਾਈਪਸ ਆਫ ਯੂਜ਼ਰ ਜਸਟ ਟੂ ਟੇਕ ਦਾ ਬੈਨੀਫਿਟ ਵਨ ਔਰ ਇਨ ਅਨਦਰ ਫੋਰਮ, ਜਿਹਦੇ ਬੈਨੀਫਿਟ ਇੱਕ ਜਾਂ ਦੋ ਫੋਰਮ ਦੇ ਵਿੱਚ ਆਪਾਂ ਲੈ ਸਕਦੇ ਹਾਂ। ਟੂ ਹਾਰਮ ਦਾ ਸਾਂਭਨ ਔਰ ਟੂ ਟ੍ਰੀਟ ਦਾ ਸਾਂਭਨ। ਠੀਕ ਹੈ, ਦਾ ਪ੍ਰੋਬਲਮ ਐਸੋਸੀਏਟਿਡ ਵਿਦ ਨੈਟਵਰਕ ਸਿਕਿਉਰਿਟੀ ਐਟ ਦੇਅਰ ਪ੍ਰੋਡਿਊਸਰਸ ਆਰ ਲਾਈਕ, ਕਹਿੰਦੇ ਸਟੂਡੈਂਟ ਜਸਟ ਫਾਰ ਫਨ, ਜਿਵੇਂ ਸਟੂਡੈਂਟ ਆ ਫਨ ਦੇ ਲਈ ਆ, ਹੇਕਰ ਟੂ ਸਟੂਡੈਂਟ ਆ ਜਿਹੜੇ ਆਪਣੀ ਸਿਕਿਉਰਿਟੀ ਨੂੰ ਤਾਂ ਖੋਲ੍ਹਦੇ ਆ ਕਿਉਂਕਿ ਉਹ ਦੇਖਦੇ ਆ ਕਿ ਵੀ ਮਤਲਬ ਡਾਟੇ ਨਾਲ ਅਸੀਂ ਫਨ ਕਰਨਾ। ਠੀਕ ਹੈ, ਮਤਲਬ ਆਪਣੇ ਲਈ। ਹੈਕਰਸ ਟੂ ਸਟੀਲ ਦਾ ਮੀਨਿੰਗਫੁਲ ਇਨਫੋਰਮੇਸ਼ਨ, ਜਿਹੜੇ ਹੈਕਰਸ ਹੁੰਦੇ ਨੇ ਉਹ ਮਤਲਬ ਕਿ ਜਿਹੜੀ ਸਪੈਸ਼ਲ ਇਨਫੋਰਮੇਸ਼ਨ ਹੁੰਦੀ ਹੈ, ਮੀਨਿੰਗਫੁਲ ਇਨਫੋਰਮੇਸ਼ਨ ਹੁੰਦੀ ਆ, ਉਹਨੂੰ ਸਟੀਲ ਕਰਨਾ ਚਾਹੁੰਦੇ, ਚੁਰਾਉਣਾ ਚਾਹੁੰਦੇ ਨੇ। ਕਹਿੰਦੇ ਸਪਾਈ ਟੂ ਮੇਕ ਇਨਫੋਰਮੇਸ਼ਨ ਅਬਾਊਟ ਐਨੈਮੀਜ਼ ਸੀਕਰੇਟ ਐਕਸੈਕਟਰਾ, ਮਤਲਬ ਜਿਵੇਂ ਸਪਾਈ ਦੀ ਗੱਲ ਕੀਤੀ ਗਈ ਆ ਤਾਂ ਉਹ ਕੀ ਕਰਦਾ, ਮਤਲਬ ਕਿ ਐਨੀਮੀਜ਼ ਮਤਲਬ ਕੌਣ ਹੁੰਦੇ, ਦੁਸ਼ਮਣਾਂ ਦੀ ਸੀਕਰੇਟ ਇਨਫੋਰਮੇਸ਼ਨ ਨੂੰ ਉਹ ਕਰਦੇ ਨੇ। ਠੀਕ ਹੈ ਜੀ, ਨੈਟਵਰਕ ਸਿਕਿਉਰਿਟੀ ਇਜ਼ ਨੋਟ ਅ ਸਿੰਪਲ ਟਾਸਕ ਰੈਦਰ ਇਟ ਇਜ਼ ਕਿ ਬਿਗ ਗੇਮ, ਕਹਿੰਦੇ ਨੈਟਵਰਕ ਸਿਕਿਉਰਿਟੀ ਕਿਹੜੀ ਸਿੰਪਲ ਟਾਸਕ ਨਹੀਂ ਹੈਗੀ, ਇੱਕ ਬਹੁਤ ਵੱਡੀ ਗੇਮ ਹੈ। ਵਿਚ ਰਿਕੁਆਇਰ ਦਾ ਸਮਾਰਟਨੈਸ ਇੰਟੈਲੀਜੈਂਸੀ ਐਂਡ ਲੋਟ ਆਫ ਐਕਸਪੀਰੀਅੰਸ, ਜਿਹਦੇ ਵਿੱਚ ਆਪਾਂ ਨੂੰ ਸਮਾਰਟਨੈਸ ਇੰਟੈਲੀਜੈਂਸੀ ਅਤੇ ਬਹੁਤ ਸਾਰੇ ਐਕਸਪੀਰੀਅੰਸ ਦੀ ਜ਼ਰੂਰਤ ਹੈ ਜਿਹੜੀ ਪੈਂਦੀ ਹੈ। ਤਾਂ ਸੋ ਨੈਟਵਰਕ ਸਿਕਿਉਰਿਟੀ ਮਸਟ ਬੀ ਰਿਕੁਆਇਰਡ ਇਨ ਐਵਰੀ ਕੇਸ ਟੂ ਅਵਾਇਡ ਐਨੀ ਟਾਈਪ ਆਫ ਪ੍ਰੋਬਲਮ, ਤਾਂ ਨੈਟਵਰਕ ਸਿਕਿਉਰਿਟੀ ਕੀ ਆਪਾਂ ਨੂੰ ਜ਼ਰੂਰੀ ਹੈ ਕਿਸੇ ਵੀ ਟਾਈਪ ਦੀ ਪ੍ਰੋਬਲਮ ਦੇ ਵਿੱਚ। ਤਾਂ ਨੈਟਵਰਕ ਸਿਕਿਉਰਿਟੀ ਪ੍ਰੋਬਲਮਸ ਆਰ ਨੋਰਮਲੀ ਡਿਵਾਈਡਡ ਇੰਟੂ 4 ਕਲੋਜ਼ਲੀ। ਠੀਕ ਹੈ ਜੀ, ਆਰ ਲਾਈਕ ਅ ਸੀਕ੍ਰੇਸੀ, ਇੰਟੀਗ੍ਰਿਟੀ ਕੰਟਰੋਲ, ਔਥੈਂਟੀਕੇਸ਼ਨ ਐਂਡ ਨੋਨ ਰੈਪੂਟੇਸ਼ਨ ਐਜ਼ ਆ ਸ਼ੋਨ ਬਿਲੋ। ਜਿਵੇਂ ਸਿਕਿਉਰਿਟੀ ਕੀ ਆ, ਸੀਕ੍ਰੇਸੀ ਕੀ ਆ, ਸੀਕ੍ਰੇਸੀ ਦੇ ਵਿੱਚ ਕੀ ਐਸੋਸੀਏਟਿਡ ਵਿਦ ਕੌਨਫੀਡੈਂਸਲੀ, ਜਿਹੜੀ ਚੀਜ਼ ਮਤਲਬ ਕੌਨਫੀਡੈਂਟਲੀ ਹੁੰਦੀ ਹੈ, ਮਤਲਬ ਪੱਕਾ ਆਪਣਾ ਯਕੀਨ ਹੁੰਦਾ। ਇਟ ਹੈਜ਼ ਟੂ ਵਿਦ ਦਾ ਕੀਪਿੰਗ ਇਨਫੋਰਮੇਸ਼ਨ ਆਊਟ ਆਫ ਹੈਂਡ ਆਫ ਅਨਆਥੋਰਾਈਜ਼ ਯੂਜ਼ਰ, ਤਾਂ ਮਤਲਬ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਉਹ ਮਤਲਬ ਅਨਆਥੋਰਾਈਜ਼ ਯੂਜ਼ਰ ਦੀ ਫਾਰਮ ਦੇ ਵਿੱਚ ਚਲੀ ਜਾਂਦੀ ਹੈ, ਵੀ ਉਹਦੇ ਕੋਲ ਟਰੈਕ ਆ ਜਿਹੜਾ ਰੱਖ ਸਕਦੇ ਨੇ। ਠੀਕ ਹੈ, ਬਟ ਕੀ ਹੁੰਦਾ ਹੈ, ਕੌਨਫੀਡੈਂਸਲੀ ਹੁੰਦੀ ਹੈ ਵੀ ਆਪਾਂ ਦੂਜਿਆਂ ਦੇ ਨਾਲ ਸ਼ੇਅਰ ਆ ਜਿਹੜੀ ਨਹੀਂ ਕਰਨੀ। ਔਥੈਂਟੀਕੇਸ਼ਨ ਡੀਲ ਵਿਦ ਚੈਕਿੰਗ ਵੈਦਰ ਅ ਟਰੂ ਯੂਜ਼ਰ ਇਜ਼ ਵਰਕਿੰਗ ਔਰ ਡਾਟਾ ਆਰ ਨੋਟ, ਔਥੈਂਟੀਕੇਸ਼ਨ ਦਾ ਮਤਲਬ ਹੈ ਇਹਦੇ ਵਿੱਚ ਇਹ ਚੈੱਕ ਕਰਦੇ ਵੀ ਜਿਹੜਾ ਯੂਜ਼ਰ ਹੈ ਸਹੀ ਹੈ, ਮਤਲਬ ਸਹੀ ਯੂਜ਼ਰ ਇਸ ਡਾਟੇ ਨੂੰ ਯੂਜ਼ ਕਰ ਰਿਹਾ ਜਾਂ ਨਹੀਂ ਕਰ ਰਿਹਾ। ਠੀਕ ਹੈ, ਨੋਟ ਰੈਪੂਟੇਸ਼ਨ ਡੀਲਸ ਵਿਦ ਸਿਗਨੇਚਰ ਫਾਰ ਵੈਰੀਫਿਕੇਸ਼ਨ, ਇਹਦੇ ਵਿੱਚ ਮਤਲਬ ਕਿ ਇਹਦੇ ਵਿੱਚ ਡੀਲ ਕੀਤਾ ਜਾਂਦਾ ਵੀ ਸਿਗਨੇਚਰ ਲਗਾਏ ਜਾਂਦੇ ਹੁੰਦੇ ਨੇ, ਉਹ ਵੈਰੀਫਿਕੇਸ਼ਨ ਦੇ ਲਈ ਚੈੱਕ ਕਰਦੇ, ਜਿਵੇਂ ਥੰਬ ਵਗੈਰਾ ਆ ਜਾਂਦਾ ਕਈ ਵਾਰੀ, ਜਿਵੇਂ ਹੁਣ ਤੁਸੀਂ ਫੋਨ 'ਤੇ ਗੱਲ ਕਰਦੇ ਹੋ
ਆਪਾਂ ਡਾਟਾ ਡਿਲੀਟ ਕਰ ਰਹੇ ਹੁੰਦੇ ਤਾਂ ਕਈ ਵਾਰ ਆਪਾਂ ਜਦੋਂ ਵੀ ਫਿੰਗਰਪ੍ਰਿੰਟ ਵਗੈਰਾ ਆਪਣੇ ਲੱਗੇ ਹੁੰਦੇ ਆ ਤਾਂ ਉਹ ਕਈ ਵਾਰ ਸਿਕਿਉਰਿਟੀ ਮੰਗ ਲੈਂਦਾ ਵੀ ਮਤਲਬ ਕਿ ਤੁਸੀਂ ਇਹਦੇ ਯੂਜ਼ਰ ਹੈਗੇ ਹੋ ਜਾਂ ਨਹੀਂ ਹੈਗੇ, ਠੀਕ ਹੈ। ਉਸ ਤਰ੍ਹਾਂ ਇਹਦਾ ਹੁੰਦਾ ਨੋਟ ਰੈਪੂਟੇਸ਼ਨ। ਇੰਟੀਗ੍ਰਿਟੀ ਕੰਟਰੋਲ ਇਜ਼ ਐਸੋਸੀਏਟਿਡ ਵਿਦ ਟ੍ਰਾਂਸਫਰਿੰਗ ਦਾ ਕਰੈਕਟ ਐਂਡ ਓਰੀਜਨਲ ਡਾਟਾ ਸੇਫਲੀ ਫਰੋਮ ਵਨ ਲੋਕੇਸ਼ਨ ਟੂ ਅਨਦਰ। ਜਿਹੜੀ ਇੰਟੀਗ੍ਰਿਟੀ ਕੰਟਰੋਲ ਆ ਮਤਲਬ ਕਿ ਇਹ ਚੈੱਕ ਕਰਦਾ ਵੀ ਜਿਹੜਾ ਡਾਟਾ ਆਪਾਂ ਸੈਂਡ ਕਰ ਰਹੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਵੀ ਸੇਫਲੀ ਤਰੀਕੇ ਦੇ ਨਾਲ ਸਹੀ ਡਾਟਾ ਜਾ ਰਿਹਾ ਜਾਂ ਨਹੀਂ ਜਾ ਰਿਹਾ। ਤਾਂ ਟਾਈਪਸ ਆਫ ਨੈਟਵਰਕ ਸਿਕਿਉਰਿਟੀ ਕਹਿੰਦੇ ਦੇਅਰ ਆਰ ਟੂ ਕਾइंड ऑफ ਨੈਟਵਰਕ ਸਿਕਿਉਰਿਟੀ, ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਵਨ ਕਾइंड ਇਜ਼ ਇਨਫੋਰਸਡ ਐਜ਼ ਅ ਬੈਕਗਰਾਊਂਡ ਪ੍ਰੋਸੈਸ ਨਾਟ ਵਿਜ਼ੀਬਲ ਟੂ ਯੂਜ਼ਰ, ਬੈਕਗਰਾਊਂਡ ਪ੍ਰੋਸੈਸ ਦੇ ਵਿੱਚ ਇਨਫੋਰਸ ਕਰਦੇ ਜਿਹੜੀ ਯੂਜ਼ਰ ਨੂੰ ਸ਼ੋ ਨਹੀਂ ਹੁੰਦੀ। ਤਾਂ ਅਦਰ ਇਜ਼ ਯੂਅਰ ਫੇਸ ਜਿਹੜੀ ਇੱਕ ਤੁਹਾਡੇ ਸਾਹਮਣੇ ਹੁੰਦੀ ਹੈ। ਤਾਂ ਦੀਜ਼ ਆਰ ਦਾ ਫੋਲੋਜ਼, ਜਿਵੇਂ ਟ੍ਰੈਫਿਕ ਬੇਸਡ ਸਿਕਿਉਰਿਟੀ ਹੈ, ਕੰਟਰੋਲ ਦਾ ਕਨੈਕਸ਼ਨ ਰਿਕੁਐਸਟਡ ਬਾਏ ਅ ਨੈਟਵਰਕ ਐਪਲੀਕੇਸ਼ਨ ਸੱਚ ਐਜ਼ ਵੈਬ ਬਰਾਊਜ਼ਰ ਔਰ FT ਡਾਊਨਲੋਡ। ਕਹਿੰਦੇ ਜਿਹੜੀ ਕੰਟਰੋਲ ਕਨੈਕਸ਼ਨ ਰਿਕੁਐਸਟ ਹੈ ਮਤਲਬ ਜਿਹੜੀ ਕਨੈਕਸ਼ਨ ਨੂੰ ਕੰਟਰੋਲ ਕਰਨ ਲਈ ਜਿਹੜੀ ਰਿਕੁਐਸਟ ਆਪਾਂ ਐਪਲੀਕੇਸ਼ਨ ਦੇ ਵਿੱਚ ਯੂਜ਼ ਕਰਦੇ ਨੈਟਵਰਕ ਦੇ ਵਿੱਚ, ਤਾਂ ਉਹ ਕੀ ਹੁੰਦੀ ਹੈ ਇੱਕ ਵੈਬ ਬਰਾਊਜ਼ਰ ਹੁੰਦਾ ਜਾਂ ਕੀ ਹੁੰਦਾ ਹੈਗਾ FTP ਡਾਊਨਲੋਡ ਹੁੰਦੀ ਹੈ, ਫਾਈਲ ਡਾਊਨਲੋਡ ਕਰਦੇ ਆ। ਯੂਜ਼ਰ ਬੇਸ ਸਿਕਿਉਰਿਟੀ ਕੀ ਹੁੰਦੀ ਹੈ ਕੰਟਰੋਲ ਐਡਮਿਸ਼ਨਸ ਆਫ ਇੰਡੀਵਿਜ਼ੂਅਲ ਟੂ ਸਿਸਟਮ ਇਨ ਆਰਡਰ ਟੂ ਸਟਾਰਟ ਦਾ ਐਪਲੀਕੇਸ਼ਨ ਵਨਸ ਇਨਸਾਈਡ। ਮਤਲਬ ਇਹਦੇ ਵਿੱਚ ਆਪਣੀ ਯੂਜ਼ਰ ਬੇਸ ਸਿਕਿਉਰਿਟੀ ਉਹ ਹੁੰਦੀ ਹੈ ਜਿਹੜੀ ਵਿੱਚ ਮਤਲਬ ਇਹ ਅਲਾਉ ਕਰ ਦਿੱਤਾ ਜਾਵੇ ਮਤਲਬ ਇਹਨੂੰ ਕੋਈ ਵੀ ਯੂਜ਼ਰ ਹੈ ਜਿਹੜਾ ਐਪਲੀਕੇਸ਼ਨ ਨੂੰ ਸਟਾਰਟ ਆ ਜਿਹੜਾ ਕਰ ਸਕਦਾ ਕਾਹਦੇ ਦੁਆਰਾ, ਯੂਜ਼ਰ ਨੇਮ ਦੇ ਦੁਆਰਾ ਜਾਂ ਇੱਕ ਪਾਸਵਰਡ ਦੇ ਦੁਆਰਾ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਕ੍ਰਿਪਟੋਗ੍ਰਾਫੀ ਕੀ ਹੁੰਦੀ ਹੈ। ਵਟ ਇਜ਼ ਦਾ ਕ੍ਰਿਪਟੋਗ੍ਰਾਫੀ? ਕ੍ਰਿਪਟੋਗ੍ਰਾਫੀ ਵਰਡ ਵਿਦ ਗ੍ਰੀਕ ਓਰੀਜਨ ਮੀਨਸ ਸੀਕ੍ਰੇਟ ਰਾਈਟਿੰਗ। ਜਿਹੜੀ ਚੀਜ਼ ਸੀਕ੍ਰੇਟ ਰਾਈਟਿੰਗ ਦੇ ਵਿੱਚ ਲਿਖੀ ਜਾਂਦੀ ਹੈ, ਸੀਕ੍ਰੇਟ ਹੁੰਦੀ ਹੈ ਮਤਲਬ ਕਿਸੇ ਨੂੰ ਸ਼ੋ ਨਹੀਂ ਹੁੰਦੀ। ਤਾਂ ਵੀ ਯੂਜ਼ ਦਾ ਟਰਮ ਰੈਫਰ ਟੂ ਸਾਇੰਸ ਐਂਡ ਆਰਟ ਆਫ ਟਰਾਂਸਫਰਿੰਗ ਮੈਸੇਜ ਟੂ ਮੇਕ ਦਾ ਸਿਕਿਉਰ ਐਂਡ ਇਮਿਊਨ ਟੂ ਅਟੈਕ। ਕਹਿੰਦੇ ਮਤਲਬ ਇਹ ਜਿਹੜੀ ਟਾਸਕ ਆ ਇਹ ਆਪਾਂ ਸਾਇੰਸ ਐਂਡ ਆਰਟ ਦੇ ਵਿੱਚ ਯੂਜ਼ ਕਰਦੇ ਹਾਂ ਵੀ ਸਿਕਿਉਰ ਮੈਸੇਜ ਆਪਾਂ ਸੈਂਡ ਕਰਨੇ ਹੁੰਦੇ ਆ। ਤਾਂ ਨੈਟਵਰਕ ਸਿਕਿਉਰਿਟੀ ਇਜ਼ ਮੋਸਟਲੀ ਅਚੀਵਡ ਥਰੂ ਅ ਯੂਜ਼ ਆਫ ਕ੍ਰਿਪਟੋਗ੍ਰਾਫੀ ਦੇ ਦੁਆਰਾ ਹੀ ਯੂਜ਼ ਕੀਤੀ ਜਾਂਦੀ ਹੈ, ਸਿਟੋਗ੍ਰਾਫੀ ਦੇ ਦੁਆਰਾ। ਸਾਇੰਸ ਬੇਸਡ ਔਨ ਦਾ ਐਬਸਟਰੈਕਟ ਅਲਜਬਰਾ, ਇੱਕ ਤਰ੍ਹਾਂ ਸਾਇੰਸ ਬੇਸ ਦਾ ਕੀ ਹੁੰਦਾ ਅਲਜਬਰਾ ਹੁੰਦਾ, ਠੀਕ ਹੈ। ਜਿਹੜੀ ਆਪਣੇ ਕੋਲ ਸਿਪਟੋਗ੍ਰਾਫੀ ਮੀਨਸ ਰਾਈਟਿੰਗ ਸੀਕ੍ਰੇਟ ਕੋਡ ਔਰ ਟੈਕਸਟ। ਕ੍ਰਿਪਟੋਗ੍ਰਾਫੀ ਦਾ ਮਤਲਬ ਹੁੰਦਾ ਵੀ ਜੋ ਵੀ ਆਪਾਂ ਕੋਡ ਲਿਖ ਰਹੇ ਹਾਂ ਜਾਂ ਟੈਕਸਟ ਲਿਖ ਰਹੇ ਹਾਂ, ਠੀਕ, ਉਹ ਸੀਕ੍ਰੇਟ ਹੁੰਦੇ ਨੇ। ਤੇ ਇਟ ਰੈਫਰ ਟੂ ਸਾਇੰਸ ਐਂਡ ਆਰਟ ਆਫ ਟਰਾਂਸਫਰਿੰਗ ਦਾ ਮੈਸੇਜ ਟੂ ਸਰਟਨ ਕੋਡ ਐਂਡ ਦੈਨ ਰੀਟਰਾਂਸਪੋਰਟ ਇਟ ਟੂ ਦਾ ਓਰੀਜਨਲ ਮੈਸੇਜ। ਮਤਲਬ ਸਪੈਸ਼ਲ ਕੋਡ ਦੇ ਵਿੱਚ ਕਨਵਰਟ ਕਰਕੇ ਦੁਬਾਰਾ ਇਹਨਾਂ ਨੂੰ ਟਰਾਂਸਮਿਟ ਕੀਤਾ ਜਾਂਦਾ ਕਾਹਦੇ ਵਿੱਚ, ਓਰੀਜਨਲ ਦੇ ਵਿੱਚ। ਜਿਵੇਂ ਸੈਂਡਰ ਨੇ ਪਲੇਨ ਟੈਕਸਟ ਸੈਂਡ ਕੀਤਾ, ਜਦੋਂ ਸਿਪਰ ਟੈਕਸਟ ਬਣ ਗਏ, ਪਲੇਨ ਟੈਕਸਟ ਹੋਏ ਸਿਪਰ ਟੈਕਸਟ ਵਗਦੇ, ਫਿਰ ਇਹ ਡੀ ਇਨਕ੍ਰਿਪਸ਼ਨ ਬਣ ਕੇ ਮਤਲਬ ਇਹਦੇ ਵਿੱਚ ਚੇਂਜ ਹੋ ਗਈ, ਚੇਂਜ ਹੋਣ ਤੋਂ ਬਾਅਦ ਦੁਬਾਰਾ ਪਲੇਨ ਟੈਕਸਟ ਦੇ ਵਿੱਚ ਬਣ ਕੇ ਰਿਸੀਵਰ ਕੋਲੇ ਪਹੁੰਚ ਗਏ। ਕਿਉਂਕਿ ਜਿਹੜੀ ਚੀਜ਼ ਸੈਂਡਰ ਨੇ ਸੈਂਡ ਕੀਤੀ ਆ ਕੰਪਿਊਟਰ ਨੇ ਉਹ ਰਿਸੀਵ ਕਰ ਲਈ, ਬਟ ਉਹਨੇ ਆਪਦੇ ਫਾਰਮੈਟ ਦੇ ਵਿੱਚ ਲੈ ਲਈ। ਫਿਰ ਕੀ ਕਰੂਗਾ ਆਪਦੇ ਫਾਰਮੈਟ ਦੇ ਵਿੱਚ ਉਹਨੂੰ ਫਿਰ ਕਿਹਦੇ 'ਚ ਭੇਜੂਗਾ, ਯੂਜ਼ਰ ਰੀਡੇਬਲ ਫਾਰਮ ਦੇ ਵਿੱਚ। ਤਾਂ ਬੇਸਿਕ ਟਰਮੀਨੋਲੋਜੀ ਯੂਜ਼ਡ ਇਨ ਜਿਹੜੀ ਸਿਟੋਗ੍ਰਾਫੀ ਦੇ ਵਿੱਚ ਯੂਜ਼ ਹੁੰਦੀਆਂ ਨੇ, ਜਿਵੇਂ ਪਲੇਨ ਟੈਕਸਟ ਦਾ ਓਰੀਜਨਲ ਮੈਸੇਜ ਬੀਇੰਗ ਟਰਾਂਸਪੋਰਟ ਇਜ਼ ਕਾਲਡ ਪਲੇਨ ਟੈਕਸਟ। ਜਿਹੜਾ ਓਰੀਜਨਲ ਮੈਸੇਜ ਆਪਾਂ ਸੈਂਡ ਕਰਦੇ ਹਾਂ ਮਤਲਬ ਟਰਾਂਸਪੋਰਟ ਕਰਨ ਦੇ ਲਈ ਯੂਜ਼ ਕਰਦੇ ਉਹਨੂੰ ਆਪਾਂ ਬੋਲ ਦਿੰਦੇ ਹਾਂ ਪਲੇਨ ਟੈਕਸਟ। ਸਿਪਰ ਟੈਕਸਟ ਕਿਹੜੇ ਹੁੰਦੇ ਦਾ ਮੈਸੇਜ ਇਜ਼ ਟਰਾਂਸਫਰਡ ਇਨਟੂ ਦਾ ਸਰਟਨ ਕੋਡ, ਇੱਕ ਸਪੈਸ਼ਲ ਕੋਡ ਦੇ ਵਿੱਚ ਜਦੋਂ ਚੇਂਜ ਹੋ ਜਾਂਦਾ ਉਹਨੂੰ ਕੀ ਬੋਲ ਦਿੰਦੇ ਆਪਾਂ ਸਿਪਰ ਟੈਕਸਟ। ਇਨਕ੍ਰਿਪਸ਼ਨ ਐਲਗੋਰਿਥਮ ਕੀ ਆ? ਇਨਕ੍ਰਿਪਸ਼ਨ ਐਲਗੋਰਿਥਮ ਟਰਾਂਸਫਰ ਦਾ ਪਲੇਨ ਟੈਕਸਟ ਇਨਟੂ ਸਿਪਰ ਟੈਕਸਟ, ਉਹ ਸਿਪਰ ਟੈਕਸਟ ਦੇ ਵਿੱਚ ਚੇਂਜ ਕਰਦਾ। ਜਿਹੜਾ ਡਿਸਕ੍ਰਿਪਸ਼ਨ ਐਲਗੋਰਿਥਮ ਹੁੰਦਾ ਟਰਾਂਸਫਰ ਦਾ ਸਿਪਰ ਟੈਕਸਟ ਬੈਕ ਇਨਟੂ ਦਾ ਪਲੇਨ ਟੈਕਸਟ ਦੇ ਵਿੱਚ ਚੇਂਜ ਕਰਦਾ। ਦਾ ਸੈਂਡਰ ਯੂਜ਼ ਹੈ ਇਨਕ੍ਰਿਪਸ਼ਨ ਐਲਗੋਰਿਥਮ ਬਟ ਰਿਸੀਵਰ ਯੂਜ਼ ਕਰੂਗਾ ਡਿਸਕ੍ਰਿਪਸ਼ਨ ਐਲਗੋਰਿਥਮ, ਕਿਉਂਕਿ ਰਿਸੀਵਰ ਨੇ ਕੀ ਕਰਨਾ ਮਤਲਬ ਕੰਪਿਊਟਰ ਤੋਂ ਜੋ ਇਨਫੋਰਮੇਸ਼ਨ ਲੈਣੀ ਉਹਨੂੰ ਕਨਵਰਟ ਕਰਕੇ ਦਿੱਤਾ ਜਾਊਗਾ, ਤੇ ਜਿਹੜਾ ਇਨਕ੍ਰਿਪਸ਼ਨ ਆ ਉਹਨੇ ਕੀ ਕਰਨੀ ਸੈਂਡ ਕਰਨੀ, ਜਿਹੜਾ ਪਲੇਨ ਟੈਕਸਟ ਆ ਉਹਨੂੰ ਕਿਹਨੂੰ ਦੇਣਾ ਉਹਨੇ ਕੰਪਿਊਟਰ ਨੂੰ ਦੇਣਾ। ਸਿਪਰ ਕੀ ਹੁੰਦਾ ਇਨਕ੍ਰਿਪਸ਼ਨ ਐਂਡ ਡਿਸਕ੍ਰਿਪਸ਼ਨ ਰੈਫਰ ਟੂ ਸਿਪਰ, ਇਹ ਦੋਨੇ ਚੀਜ਼ਾਂ ਸਿਪਰ ਨੂੰ ਯੂਜ਼ ਕਰਦੀਆਂ। ਤਾਂ ਟਰਮ ਸਿਪਰ ਇਜ਼ ਆਲਸੋ ਯੂਜ਼ ਟੂ ਰੈਫਰ ਟੂ ਡਿਫਰੈਂਟ ਕੈਟਾਗਰੀ ਆਫ ਐਲਗੋਰਿਥਮ ਇਨ ਸਿਪਟੋਗ੍ਰਾਫੀ ਦੇ ਵਿੱਚ ਹੀ ਯੂਜ਼ ਕੀਤੇ ਜਾਂਦੇ ਨੇ। ਤਾਂ ਕੀ ਹੈ ਆਪਣੇ ਕੋਲੇ ਇਹ ਕੀ ਇਜ਼ ਨੰਬਰ ਆਫ ਸੈਟ ਆਫ, ਜਿਹਨੂੰ ਆਪਾਂ ਬੋਲਦੇ ਨੇ ਸੈਟ ਆਫ ਨੰਬਰ ਦੈਟ ਦਾ ਸਿਪਰ ਐਂਡ ਕਹਿੰਦੇ ਐਲਗੋਰਿਥਮ ਆਪਰੇਟ ਔਨ, ਐਲਗੋਰਿਥਮ ਇਹਨਾਂ ਦੇ ਉੱਪਰ ਕੰਮ ਕਰਦਾ। ਟੂ ਇਨਕ੍ਰਿਪਟ ਅ ਮੈਸੇਜ ਵੀ ਨੀਡ ਅ ਇਨਕ੍ਰਿਪਸ਼ਨ ਐਲਗੋਰਿਥਮ, ਜੇ ਮੈਸੇਜ ਨੂੰ ਆਪਾਂ ਇਨਕ੍ਰਿਪਟ ਕਰਨਾ ਤਾਂ ਆਪਾਂ ਨੂੰ ਇਨਕ੍ਰਿਪਸ਼ਨ ਐਲਗੋਰਿਥਮ ਦੀ ਜ਼ਰੂਰਤ ਪੜਦੀ ਆ। ਇਹ ਇਨਕ੍ਰਿਪਸ਼ਨ ਐਲਗੋਰਿਥਮ ਐਂਡ ਦਾ ਪਲੇਨ ਟੈਕਸਟ ਦੀ, ਠੀਕ ਹੈ। ਦੀਜ਼ ਕ੍ਰੀਏਟ ਅ ਸਿਪਰ ਟੈਕਸਟ ਟੂ ਡੀਕ੍ਰਿਪਟ ਅ ਮੈਸੇਜ ਵੀ ਨੀਡ ਟੂ ਡਿਸਕ੍ਰਿਪਸ਼ਨ ਐਲਗੋਰਿਥਮ। ਦੇਖੋ ਜੇਕਰ ਆਪਾਂ ਸਿਪਰ ਟੈਕਸਟ ਕ੍ਰੀਏਟ ਕਰਨਾ ਤਾਂ ਉਹਦੇ ਲਈ ਆਪਾਂ ਇਨਕ੍ਰਿਪਸ਼ਨ ਐਲਗੋਰਿਥਮ ਦੀ ਵਰਤੋਂ ਕਰਾਂਗੇ। ਜੇ ਆਪਾਂ ਸਿਪਰ ਟੈਕਸਟ ਨੂੰ ਮਤਲਬ ਚੇਂਜ ਕਰਕੇ ਪਲੇਨ ਟੈਕਸਟ ਦੇ ਵਿੱਚ ਲੈ ਕੇ ਆਉਣਾ ਤਾਂ ਉਹਦੇ ਲਈ ਆਪਾਂ ਡਿਸਕ੍ਰਿਪਸ਼ਨ ਐਲਗੋਰਿਥਮ ਦੀ ਵਰਤੋਂ ਜਿਹੜੀ ਕਰਾਂਗੇ। ਹੁਣ ਆ ਗਿਆ ਅਲਾਈਸ, ਬੌਬ ਐਂਡ ਈਵ ਕੀ ਹੁੰਦੇ ਨੇ। ਅਲਾਈਸ ਮਤਲਬ ਪਰਸਨ ਹੂ ਨੀਡ ਟੂ ਸੈਂਡ ਅ ਸਿਕਿਉਰ ਡਾਟਾ, ਜਿਹਨੂੰ ਜ਼ਰੂਰਤ ਹੁੰਦੀ ਹੈ ਸਿਕਿਉਰ ਡਾਟਾ ਸੈਂਡ ਕਰਨ ਦੀ। ਬੌਬ ਇਜ਼ ਦਾ ਰਿਸੈਪਟੈਂਟ ਡਾਟਾ, ਜਿਹਨੇ ਡਾਟਾ ਪ੍ਰਾਪਤ ਕਰਨਾ। ਈਵ ਇਜ਼ ਅ ਪਰਸਨ ਹੂ ਵਾਂਟ ਟੂ ਡਿਸਟਰਬ ਦਾ ਕਮਿਊਨੀਕੇਸ਼ਨ ਬਿਟਵੀਨ ਅਲਾਈਸ ਐਂਡ ਬੌਬ, ਜਿਹੜਾ ਮਤਲਬ ਚਾਹੁੰਦਾ ਹੁੰਦਾ ਵੀ ਦੋਨਾਂ ਨੂੰ ਆਪਸ ਵਿੱਚ ਡਿਸਟਰਬ ਕਰਨਾ, ਕਿਹਨੂੰ ਅਲਾਈਸ ਐਂਡ ਬੌਬ ਨੂੰ।
ਅੱਗੇ ਆ ਗਿਆ ਆਪਣੇ ਕੋਲੇ ਸਬਸਟੀਟਿਊਸ਼ਨ ਸਿਪਰ ਕੀ ਹੁੰਦਾ। ਕਹਿੰਦੇ ਸਬਸਟੀਟਿਊਸ਼ਨ ਸਿਪਰ ਸਬਸਟੀਟਿਊਟ ਵਨ ਸਿੰਬਲ ਵਿਦ ਅਨਦਰ, ਇੱਕ ਸਿੰਬਲ ਨੂੰ ਦੂਜੇ ਦੇ ਨਾਲ ਜੋੜਨਾ। ਠੀਕ ਹੈ, ਇਫ ਦਾ ਸਿੰਬਲ ਇਨ ਦਾ ਪਲੇਨ ਟੈਕਸਟ ਆਰ ਅਲਫਾਬੈਟੀਕਲ ਕਰੈਕਟਰ ਵੀ ਰੀਪਲੇਸ ਵਨ ਕਰੈਕਟਰ ਵਿਦ ਅਨਦਰ। ਤਾਂ ਦੇਖੋ ਸਿੰਬਲ, ਜੇ ਆਪਣਾ ਸਿੰਬਲ ਇੱਕ ਪਲੇਨ ਟੈਕਸਟ ਦੀ ਫਾਰਮ ਦੇ ਵਿੱਚ ਆ ਵੀ ਅਲਫਾਬੈਟੀਕਲ ਕਰੈਕਟਰ ਹੈ, ਤਾਂ ਉਹਦੀ ਜਗ੍ਹਾ ਤੇ ਆਪਾਂ ਰੀਪਲੇਸ ਕਰ ਸਕਦੇ ਹਾਂ ਦੂਜੇ ਨੂੰ। ਸਬਸਟੀਟਿਊਸ਼ਨ ਸਿਪਰ ਰੀਪਲੇਸ ਵਨ ਸਿੰਬਲ ਵਿਦ ਅਨਦਰ, ਇੱਕ ਸਿੰਬਲ ਦੀ ਜਗ੍ਹਾ ਤੇ ਦੂਜਾ ਚੇਂਜ ਕਰਨਾ। ਜਿਵੇਂ ਵੀ ਕੈਨ ਰੀਪਲੇਸ ਐਸ ਵਿਦ ਏ ਐਂਡ ਕੇ ਵਿਦ ਵੀ, ਕੇ ਨੂੰ ਮਤਲਬ ਆਪਾਂ ਬੀ ਨਾਲ ਚੇਂਜ ਕਰਨਾ ਤੇ ਐਸ ਨੂੰ ਆਪਾਂ ਕਾਹਦੇ ਨਾਲ ਕਰਨਾ ਗਾ, ਏ ਨਾਲ ਚੇਂਜ ਕਰਨਾ। ਤਾਂ ਇਫ ਸਿੰਬਲਸ ਆਰ ਡਿਜਿਟ, ਜੇ ਡਿਜਿਟ ਹੈ 0 to 9, ਤਾਂ ਵੀ ਕੈਨ ਰੀਪਲੇਸ 3 ਵਿਦ 7 ਐਂਡ 2 ਵਿਦ 6। ਤਾਂ ਸਬਸਟੀਟਿਊਸ਼ਨ ਸਿਪਰ ਕੈਨ ਬੀ ਕੈਟਾਗਰੀਜ਼ ਇਨਟੂ 2 ਪਾਰਟ, 2 ਪਾਰਟ ਦੇ ਵਿੱਚ ਹੈ। ਇੱਕ ਤਾਂ ਹੈਗਾ ਮੋਨੋ ਅਲਫਾਬੈਟੀਕਲ ਸਿਪਰ, ਦੂਜਾ ਹੈਗਾ ਪੋਲੀ ਅਲਫਾਬੈਟੀਕਲ ਸਿਪਰ। ਪਹਿਲਾਂ ਮੋਨੋ ਅਲਫਾਬੈਟੀਕਲ ਸਿਪਰ ਕੀ ਹੁੰਦਾ, ਇਹ ਕਰੈਕਟਰ ਲਾ ਲਓ ਜਾਂ ਕੋਈ ਸਿੰਬਲ ਲਾ ਲਓ, ਇਹਦੀ ਪਲੇਨ ਟੈਕਸਟ ਦੇ ਵਿੱਚ ਆਲਵੇਜ਼ ਚੇਂਜ ਟੂ ਦਾ ਸੇਮ ਕਰੈਕਟਰ, ਉਸੇ ਚੀਜ਼ 'ਚ ਹੀ ਚੇਂਜ ਹੋਊਗਾ। ਠੀਕ ਹੈ, ਜਾਂ ਤਾਂ ਕਰੈਕਟਰ 'ਚ ਚੇਂਜ ਹੋਊਗਾ ਜਾਂ ਕਾਹਦੇ 'ਚ ਹੋਊਗਾ, ਸਿੰਬਲ 'ਚ ਹੋਊਗਾ। ਦ ਸਿਪਰ ਟੈਕਸ ਰਿਗਾਰਡਲੈਸ ਆਫ ਇਟਸ ਪੋਜੀਸ਼ਨ ਇਨ ਦੀ ਟੈਕਸਟ। ਐਗਜ਼ਾਮਪਲ, ਇਫ ਐਸ ਇਜ਼ ਰੀਪਲੇਸ ਵਿਦ ਏ ਕਰੈਕਟਰ, ਤਾਂ ਦੈਨ ਐਵਰੀ ਕਰੈਕਟਰ ਇਨ ਦਾ ਵਰਡ ਇਜ਼ ਰੀਪਲੇਸਡ, ਦ ਰਿਲੇਸ਼ਨਸ਼ਿਪ ਇਜ਼ ਕਾਲਡ 1 to 1 ਰਿਲੇਸ਼ਨਸ਼ਿਪ। ਜਿਵੇਂ ਪਲੇਨ ਟੈਕਸਟ ਆਪਾਂ ਐਸ ਡਾਟ ਕੀ ਦਿੱਤਾ, ਆਪਾਂ ਸਿਮਰ ਸਿੰਘ ਸੱਬਰਵਾਲ ਦਿੱਤਾ, ਤਾਂ ਸਿਪਰ ਟੈਕਸਟ ਦੇ ਵਿੱਚ ਕੀ ਬਣ ਗਿਆ, ਏ। ਐਸ ਦੀ ਜਗ੍ਹਾ ਤੇ ਕੀ ਆ ਗਿਆ ਬੇਟਾ, ਐਸ ਹੀ ਰੀਪਲੇਸ ਹੋ ਰਹੀ ਹੈ ਕਿਹਦੀ ਜਗ੍ਹਾ ਨਾਲ, ਏ ਨਾਲ। ਜਿੱਥੇ ਜਿੱਥੇ ਐਸ ਸੀ ਉੱਥੇ ਕੀ ਹੋ ਗਿਆ, ਏ, ਜਿਹਨੂੰ ਆਪਾਂ ਅਨਿੰਗ ਅਬਰਵਾਲ ਦੇ ਨਾਮ ਨਾਲ ਜਾਣ ਲੱਗ ਤਾਂ ਪਲੇਨ ਟੈਕਸਟ ਦੇ ਵਿੱਚ ਜਿਵੇਂ ਆਪਣੇ ਕੋਲੇ ਖਾਲਸਾ ਦੀ ਗੱਲ ਕੀਤੀ ਹੈ, ਖਾਲਸਾ ਦੇ ਵਿੱਚ ਏ ਆਪਾਂ ਐਸ ਨਾਲ ਚੇਂਜ ਕਰਦੇ ਹਾਂ। ਜਿੱਥੇ ਜਿੱਥੇ ਆਪਣੇ ਕੋਲੇ ਏ ਸੀ ਉੱਥੇ ਕੀ ਬਣਾਤੀ ਆਪਾਂ, ਐਸ ਬਣਾਤੀ। ਠੀਕ ਹੈ, ਤਾਂ ਪੋਲੀ ਅਲਫਾਬੈਟੀਕਲ ਸਿਪਰ ਈਚ ਅਕਰੈਂਸ ਆਫ ਦਾ ਕਰੈਕਟਰ ਕੈਨ ਹੈਵ ਡਿਫਰੈਂਟ ਸਬਸਟੀਟਿਊਸ਼ਨ, ਅਲੱਗ-ਅਲੱਗ ਸਬਸਟੀਟਿਊਸ਼ਨ ਹੁੰਦੀ ਆ। ਤਾਂ ਰਿਲੇਸ਼ਨਸ਼ਿਪ ਬਿਟਵੀਨ ਅ ਕਰੈਕਟਰ ਇਨ ਦੀ ਪਲੇਨ ਟੈਕਸਟ ਟੂ ਕਰੈਕਟਰ ਇਨ ਟੂ ਦਾ ਸਿਪਰ ਟੈਕਸਟ ਇਜ਼ 1 to many। ਤਾਂ ਇਹਦੀ ਰਿਲੇਸ਼ਨਸ਼ਿਪ ਕੀ ਹੈ, 1 to ਕੀ ਹੁੰਦੀ ਹੈ, ਮੈਨੀ ਹੁੰਦੀ ਹੈ। ਕਰੈਕਟਰ ਜਿਵੇਂ ਏ ਕੁਡ ਵੀ ਚੇਂਜ ਟੂ ਡੀ ਇਨ ਦਾ ਬਿਗਿਨਿੰਗ ਆਫ ਟੈਕਸਟ ਬਟ ਇਟ ਕੁਡ ਵੀ ਚੇਂਜ ਟੂ ਐਮ ਐਟ ਦਾ ਮਿਡਲ। ਬੇਟਾ ਦੇਖੋ ਇਹਦੇ ਵਿੱਚ ਜਿਹੜਾ ਪੋਲੀ ਅਲਫਾਬੈਟੀਕਲ ਸਿਪਰ ਦੀ ਗੱਲ ਕੀਤੀ ਹੈ, ਇਹਦੇ ਵਿੱਚ ਕੀ ਹੈ, 1 to many ਰਿਲੇਸ਼ਨਸ਼ਿਪ ਹੈ, ਮਤਲਬ ਇੱਕ ਹੀ ਕਰੈਕਟਰ ਨੂੰ ਆਪਾਂ ਅਲੱਗ-ਅਲੱਗ ਫਾਰਮ ਦੇ ਵਿੱਚ ਚੇਂਜ ਕਰਾਂਗੇ ਬਟ ਉਹਦੀ ਲੋਕੇਸ਼ਨ ਦੇ ਅਕੋਰਡਿੰਗ। ਜਿਵੇਂ ਹੁਣ ਕੀ ਆ, ਅਮਰ ਹੈ ਪਲੇਨ ਟੈਕਸ ਆ, ਆਪਾਂ ਕੀ ਏ ਦੀ ਜਗ੍ਹਾ ਤੇ ਚੇਂਜ ਕਰਤਾ, ਕੀ ਬਣਾਤਾ, DMMR, ਸਿਪਰ ਟੈਕਸ ਬਣ ਗਿਆ। ਇਹ ਇਹਨਾਂ ਨੇ ਇਹੀ ਕਿਹਾ ਨਾ, ਕੁਡ ਵੀ ਚੇਂਜ ਟੂ ਡੀ ਇਨ ਬਿਗਿਨਿੰਗ ਆਫ ਦਾ ਟੈਕਸ, ਸਟਾਰਟਿੰਗ ਦੇ ਉੱਪਰ ਏ ਨੂੰ ਚੇਂਜ ਕਰ ਰਹੇ ਹਾਂ ਆਪਾਂ ਸਟਾਰਟਿੰਗ 'ਚ। ਪਲੇਨ ਟੈਕਸ ਹੈਲੋ ਆ, ਤਾਂ ਇਹਦੇ ਵਿੱਚ ਸਿਪਰ ਟੈਕਸ ਆ ਗਿਆ, ਹੈਲੋ ਆ ਗਿਆ, ABMZF। ਤਾਂ ਹੇਅਰ ਈਚ ਅਕਰੈਂਸ ਆਫ L, ਠੀਕ ਹੈ, ਇਜ਼ ਇਨਕ੍ਰਿਪਟਡ ਬਾਈ ਡਿਫਰੈਂਟ ਕਰੈਕਟਰ, ਅਲੱਗ-ਅਲੱਗ ਦੇ ਦੁਆਰਾ ਹੀ ਇਹਨਾਂ ਨੇ ਯੂਜ਼ ਕੀਤੀ ਹੈ। ਦ ਫਰਸਟ ਇਜ਼ ਰੀਪਲੇਸਡ ਵਿਦ N, ਪਹਿਲਾ ਰੀਪਲੇਸ ਹੋਇਆ N ਦੇ ਨਾਲ, ਤੇ ਸੈਕਿੰਡ ਹੋਇਆ ਰੀਪਲੇਸਡ ਵਿਦ Z। ਜਿਵੇਂ L ਦੀ ਗੱਲ ਕੀਤੀ ਹੈ, HE ਦੀ ਤਾਂ ਲਿਖਤਾ AB ਲਿਖ ਲਿਆ, L ਨੂੰ ਆਪਾਂ ਇੱਕ ਵਾਰੀ N ਲਿਖਿਆ, L ਨੂੰ ਦੂਜੀ ਵਾਰੀ ਆਪਾਂ Z ਲਿਖਿਆ, ਮਤਲਬ ਇਹ 2 ਵਾਰੀ ਆਪਣੇ ਕੋਲੇ ਕੀ ਹੋਈ ਹੈ, ਡਿਸਕ੍ਰਿਪਸ਼ਨ ਹੈ ਜਿਹੜੀ ਇਹਦੀ ਯੂਜ਼ ਹੋਈ ਹੈ। ਅੱਗੇ ਆ ਗਿਆ ਆਪਣੇ ਕੋਲੇ ਟਰਾਂਸਪੋਜੀਸ਼ਨ ਸਿਪਰ ਕੀ ਹੁੰਦੇ ਨੇ। ਇਨ ਦਾ ਟਰਾਂਸਪੋਜੀਸ਼ਨ ਸਿਪਰ ਇਜ਼ ਰਿਲੇਟਡ ਵਿਦ ਦਾ ਪੋਜੀਸ਼ਨ ਔਰ ਲੋਕੇਸ਼ਨ ਚੇਂਜਸ, ਮਤਲਬ ਕਿ ਇਹ ਪੋਜੀਸ਼ਨ ਤੇ ਲੋਕੇਸ਼ਨ ਚੇਂਜਸ ਦੇ ਨਾਲ ਰਿਲੇਟਡ ਹੁੰਦੇ ਨੇ। ਕਰੈਕਟਰ ਇਨ ਦਾ ਫਸਟ ਪੋਜੀਸ਼ਨ ਆਫ ਦਾ ਪਲੇਨ ਟੈਕਸਟ ਮੇ ਬੀ ਅਪੀਅਰ ਇਨ ਦੀ 10th ਪੋਰਸ਼ਨ ਆਫ ਦਾ ਸਿਪਰ ਟੈਕਸਟ, ਮਤਲਬ ਜਿਹੜਾ ਕਰੈਕਟਰ ਆਪਾਂ ਫਸਟ ਪੋਜੀਸ਼ਨ ਤੇ ਦੇਖਿਆ ਪਲੇਨ ਟੈਕਸਟ ਦੇ ਵਿੱਚ, ਤਾਂ ਸਿਪਰ ਕੰਡੀਸ਼ਨ ਦੇ ਵਿੱਚ ਉਹ ਆਪਣਾ 10th ਲੋਕੇਸ਼ਨ ਤੇ ਵੀ ਹੋ ਸਕਦਾ ਹੈ। ਤਾਂ ਇਨ ਸਿੰਪਲ ਵਰਡ ਜਿਹੜੀ ਟਰਾਂਸਪੋਜੀਸ਼ਨ ਸਿਪਰ ਰਿਕਾਰਡਡ ਆ ਸਿੰਬਲ ਇਨ ਦੀ ਬਲੋਕ ਆਫ ਸਿੰਬਲ ਦੀ ਫਾਰਮ 'ਚ ਹੀ ਇਹ ਰਿਕਾਰਡ ਕੀਤੇ ਜਾਂਦੇ ਨੇ। ਤਾਂ ਟਰਾਂਸਪੋਜੀਸ਼ਨ ਸਿੰਬਲ ਰਿਕਾਰਡਡ ਪਰਮਿਊਟ ਦਾ ਸਿੰਬਲ ਤੋਂ ਹੀ ਬਣਦੀ ਹੈ। ਇਨ ਟਰਾਂਸਪੋਜੀਸ਼ਨ ਸਿਪਰ ਦਾ ਕੀ ਇਜ਼ ਮੈਪਿੰਗ ਬਿਟਵੀਨ ਦਾ ਪੋਜੀਸ਼ਨ ਆਫ ਦਾ ਸਿੰਬਲ ਇਨ ਦਾ ਪਲੇਨ ਟੈਕਸਟ ਐਂਡ ਦਾ ਸਿਪਰ ਟੈਕਸਟ। ਜਿਵੇਂ ਪਲੇਨ ਟੈਕਸਟ ਆਪਣੇ ਕੋਲੇ ਦਿੱਤਾ ਵਾ 2 4 1 3, ਠੀਕ ਹੈ, ਸਿਪਰ ਟੈਕਸਟ ਦਿੱਤਾ 1 2 3 4। ਤਾਂ ਇਨ ਇਨਕ੍ਰਿਪਸ਼ਨ ਵੀ ਮੂਵ ਦਾ ਕਰੈਕਟਰ ਐਟ ਪੋਜੀਸ਼ਨ, ਜਿਵੇਂ 2 ਆ ਉਹ ਪਹਿਲੀ ਲੋਕੇਸ਼ਨ ਤੇ ਮੂਵ ਹੋ ਗਿਆ, ਜਿਵੇਂ 4 ਆ ਉਹ 2 ਤੇ ਲੋਕੇ ਹੋ ਗਿਆ, ਜਿਵੇਂ 1 ਉਹ ਕਾਹਤੇ ਹੋ ਗਿਆ 3 ਤੇ ਹੋ ਗਿਆ, ਜਿਵੇਂ 3 ਉਹ ਕਾਹਤੇ ਹੋ ਗਿਆ 4। ਦਿਸ ਇਜ਼ ਰੂਲ। ਦਾ ਪਲੇਨ ਟੈਕਸਟ ਆਪਣੇ ਕੋਲੇ ਆ, ਜਿਵੇਂ ਆਪਣੇ ਕੋਲੇ 24 13, ਪਲੇਨ ਟੈਕਸਟ ਦੂਜਾ ਹੈਗਾ 43 21, ਇਸ ਤੋਂ ਬਾਅਦ ਆ ਗਿਆ 11 23, ਇਸ ਤੋਂ ਬਾਅਦ ਆ ਗਿਆ 32 13। ਤਾਂ ਵੀ ਮੇਕ ਦਾ ਬਲੋਕ ਬਣਾਤਾ, ਇਹਦੇ ਵਿੱਚ ਦੇਖੋ 24 13 43 21, ਠੀਕ ਹੈ ਜੀ, 11 23 ਇਕੱਠਾ ਕਰ ਲਿਆ ਬਲੋਕ। ਤਾਂ ਅਵਰ ਕੀਵਰਡਸ 4 ਪਹਿਲਾਂ ਆ ਗਿਆ 3 1 2, ਆਪਣੇ ਕੋਲੇ ਕੀਵਰਡ ਸਹੀ ਹੈ ਨਾ, ਆਪਣੇ ਕੋਲੇ ਜਿਵੇਂ ਫਸਟ ਦੀ ਗੱਲ ਕੀਤੀ ਆ 4 3 1 2। ਹੁਣ ਆਪਣੇ ਕੋਲੇ ਜਿਹੜਾ ਸੈਕਿੰਡ ਪੋਜੀਸ਼ਨ ਆ, ਜਿਹੜੀ ਸੈਕਿੰਡ, ਹੁਣ ਇਹਨਾਂ ਨੇ ਪਹਿਲੀ ਕੀਵਰਡਸ ਦੇ ਅਕੋਰਡਿੰਗ ਲਾ ਲਿਆ, 4 3 1 2 ਦੀ ਗੱਲ ਕਰ ਲਈ ਵੀ ਆਪਣੇ ਅਕੋਰਡਿੰਗ ਟੈਕਸਟ ਲਾ ਲਿਆ। ਜਿਹੜੀ ਹੁਣ ਸੈਕਿੰਡ ਪੋਜੀਸ਼ਨ ਸੀ, ਜਿਵੇਂ 4 ਦੀ ਪੋਜੀਸ਼ਨ ਦੀ ਗੱਲ ਕੀਤੀ ਹੋਈ ਆ, ਸੈਕਿੰਡ ਪੋਜੀਸ਼ਨ ਕਿੱਥੇ ਸ਼ਿਫਟ ਹੋ ਗਈ, ਆਪਣੇ ਕੋਲੇ 4 ਦੀ ਗੱਲ ਕੀਤੀ ਤਾਂ ਫਸਟ ਤੇ ਚਲਾ ਗਿਆ। ਠੀਕ ਹੈ ਜੀ, ਇਸੇ ਤਰ੍ਹਾਂ 4 3 31 1 3 2 3, ਜਿਹੜੀ ਹੁਣ 4th ਪੋਜੀਸ਼ਨ ਆ ਉਹ ਕਿੱਥੇ ਚਲੀ ਗਈ, ਸੈਕਿੰਡ ਨੰਬਰ ਤੇ ਆ ਗਈ। ਹੁਣ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਨੈਕਸਟ ਵਾਲੀ ਪੋਜੀਸ਼ਨ ਦੀ ਗੱਲ ਕਰ ਰਹੇ ਆ, ਠੀਕ ਹੈ, ਜਿਵੇਂ ਫਸਟ ਪੋਜੀਸ਼ਨ ਉਹ 3rd ਤੇ ਮੂਵ ਹੋ ਗਈ। ਇਸ ਤੋਂ ਬਾਅਦ ਕੀ ਆਪਣੇ ਕੋਲੇ ਜਿਹੜੀ 3rd ਆ ਉਹ ਕਾਹਤੇ ਹੋ ਗਈ, ਆਪਣੇ ਕੋਲੇ 4th ਤੇ ਮੂਵ ਹੋ ਗਈ।
ठीक है। तो दिस इनक्रैप्टेड ट्रांजेक्शन की बन गई अपने को 43 21 31 42 13 12 23 31 ये वाली जी इनक्रैप्शन है जी तुहाडे कोले बन गई। ठीक है जी। तो इस तरह आप इन्हू यूज आउट है जो कर सकते हैं। ट्रांसपोजिशन रिपर की जी फिगर दिखाई हुई है अपने को जिमें प्लेन टैक्स आ जिमें हुण अपने को प्लेन टैक्स देते इधर रीऑर्डर डाउनवर्ड डायरैक्शन की गल की है डाउनवर्ड नीचे जा रहा फिर की हो गया इधर अपवर्ड डायरैक्शन दिखाई हुई है जिमें रिसिपर टैक्स की गल की है जिमें 1 2 3 4 है डिस्क्रैप्शन है इनक्रैप्शन है जिमें अपने को पहला इन्होंने किमें 2 आ जोड़ा वो 1 की जगह पर चेंज हो गया फिर इस तो बाद की दिता होया अपने को जोड़ा 1 आ वो इन्हों 3 की जगह पर चेंज करता वो पोजीशन 3 नाल चेंज की है जिमें इस तो बाद की होया अपने को 3 की पोजीशन 4 नाल चेंज की तो जी 4 की पोजीशन वो कहदे नाल चेंज की हैगी 2 नाल चूज की है। ठीक है जी। इस तो बाद आ गया अपने को 1 टाइम पैड्स की होंगे ने कंस्ट्रक्टिंग एंड अनब्रेकेबल सिपर जो आप कोई जो सिपर ना टुटे वह जो आप कोई ढांचा तैयार करना एक्चुअली क्वाइट ईजी होंगे। दिस टैक्नीक हैज़ बीन नोन फॉर द डिकेड्स के लिए यूज़ करते हैं आप जिमें दहाकों की गल करते हैं कहते द फर्स्ट चूज आ रैंडम बिट स्ट्रिंग मतलब फर्स्ट आप कोई रैंडम बिट स्ट्रिंग चूज कर लिया भी रैंडमली है भी सीरीयल ऑर्डर के नहीं हैगी तो बाई यूजिंग द अस्काई कोड रिप्रजेंटेशन की वरतों करके तो फाइनली कंप्यूट एक्स और जिन्होंने एक्सक्लूसिव और ऑफ द दीज टू स्ट्रिंग बिट बाय बिट आप यूज़ करते हैं तो रिजल्टिंग सिपर टैक्स कैन नॉट बी ब्रोकन बिकॉज इन सफिशेंटली लार्ज सैंपल ऑफ सिपर टैक्स ईच लैटर विल अकर इक्वली आफ्टन एज विल एवरी डायमैट्रिकल क्रैमिकल एवरी ट्रीग्राम एज सो ये हुण देखो बेटा जो रिजल्टिंग सिपर टैक्स कैन नॉट बी ब्रोकन ये सिपर टैक्स का जो रिजल्ट और चेंज नहीं होगा टुटदा नहीं मतलब हिस्सियां च डिवाइड नहीं होंदा बिकॉज क्योंकि सफिशेंटली लार्ज सैंपल ऑफ सिपर टैक्स जो अपने को सफिशेंट है भी मतलब सिपर टैक्स बहुत ज़्यादा दिते हुए तो ईच लैटर विल अकर इक्वली हर एक लैटर मतलब कि इकट्ठा ही मतलब कि क्रिएट होगा एज विल एवरी जी अपनी डायग्राम एवरी ट्रीग्राम होगी सो ऑन मतलब कि हर एक चीज़ मतलब उदा ही चलो जी पहला पहले नाल फिर दूजे नाल कपरू या तीजा तीजे नाल हो चौथा चौथे नाल हो पंजवां पंजवें नाल हो तो दिस मैथड इज़ नोन एज वन टाइम पैड इज़ टू ऑल प्रेजेंट एंड फ्यूचर अटैक नो मैटर हाउ मच कंप्यूटेशनल पावर दिस इंड्यूर हैज़ तो ये अपन फ्यूचर के कोई भी डर है जोड़ा नहीं रहता। द रीजन ड्राइव फ्रॉम द कहते इनफॉर्मेशन थ्योरी देयर इज़ सिंपली नो इनफॉर्मेशन इन द मैसेज बिकॉज ऑल पॉसिबल प्लेन टैक्स टू गिवन द लैंथ आर इक्वली प्रेजेंट सारे इक्को जी लैंथ है जी दी जाऊगी जिमें मैसेज आई लव यू इज़ कन्वर्टेड टू 7 बिट स्काई कोड कन्वर्ट करना तो वन टाइम पैड इन चूज एक्स ओ रेड विद द मैसेज टू सैट द सिपर टैक्स के चेंज कर रहे हैं मतलब इन्होंने किन्ने बिट की गल की है 7 बिट की गल की है हुण अपने को मैसेज दिता होया जिमें अपने को 1 0 0 1 0 0 1 7 चा तो हुण अपने को 7 बिट स्काई कोड के दिता बट इन्होंने की किया उन्होंने इत्थे 8 बनाए हुए हैं बिट। ठीक है जी। उस तरह वन पैड के अपने को दिखाता सिपर टैक्स के अपन इस तरह दिखाता ओके। आगे आगे 2 फंडामेंटल क्रिप्टोग्राफी के प्रिंसीपल के फंडामेंटल प्रिंसीपल ऑफ क्रिप्टोग्राफी एक तो रिटेंडेंसी आ जाती है। फर्स्ट प्रिंसीपल इज़ दैट ऑल द इनक्रैप्टेड मैसेज मस्ट कंटेन सम रिटेंडेंट मतलब पहला प्रिंसीपल है जो जिन्ना भी इनक्रैप्टेड मैसेज होंगे ने वो कुछ ना कुछ एक्सट्रा आ जाता तो दैट्स इनफॉर्मेशन नॉट नीडेड टू अंडरस्टैंड द मैसेज तो ये इनफॉर्मेशन की जरूरत नहीं पैंती भी मैसेज को समझना तो क्रिप्टोग्राफिकल जो प्रिंसीपल है मैसेज मस्ट कंटेन सम रिटेंडेंसी तो ये मतलब एक्सट्रा जोड़े बिट है जो कंटेन है जोड़े कर लेंगे। ठीक है। द रिटेंडेंसी इज़ टू नीड टू प्रिवेंट द एक्टिव इंड्यूरर फ्रॉम सेंडिंग द गारबेज एंड ट्रिकिंग द रिसीवर इन टू डिक्रैप्ट द गारबेज एंड एक्टिंग ऑन द प्लेन टैक्स कहते जो रिटेंडेंसी है इनू मतलब कि प्रिवेंट होंदा मतलब एक तरह का आप कहने प्रोटेक्शन होंगी है भी जिहदे विच मतलब डाटा जी साइड तो सेंड किया जाता वो ट्रैक हो जाता भी रिसीवर तक जाता भी ये कोई एक्सट्रा जो रिटेंडेंसी है जी क्रिएट होगी तो जिन्होंने आप ईजिली की कर लें ब्रेक डाउन करके आपके पार्ट्स के अकॉर्डिंग वर्किंग है जी अपनी कंटिन्यू कर लेंगे। ठीक है। अगे आ गया अपने को फ्रैशनैस कहते द सैकेंड क्रिप्टोग्राफी जो प्रिंसीपल है इज़ दैट सम मेजर्स मस्ट बी टेकन बी इंश्योर दैट ईच मैसेज रिसीवड कैन बी वेरीफाइड एज बीइंग फ्रैश दैट इज़ सेंट वेरी रिसेंटली जो मैसेज हुणे हुणे सेंड किया जाता मतलब वो जो रिसीव करता जो रिसीवर होंगे वेरीफाई करता भी ये फ्रैश है। ठीक है। तो दिस मैसेज नीडेड टू प्रिवेंट एक्टिव इंड्यूर फ्रॉम द प्लेइंग बैक ओल्ड मैसेज मतलब पुराने मैसेज तो ही चक्या जाता तो इफ नो सच मैसेज बारे टेकन जो इस तरह के मैसेज नहीं है तो अवर एक्स इंप्लाइड कुड टैप द TCP फोन लाइन एंड कीप जस्ट रिप्लाइंग द प्रीवियसली सेंट वैलिड मैसेज तो वो चैक करूँगा भी पिछला मैसेज तुसीं किहड़ा सेंड किया। ठीक है। क्रिप्टोग्राफिक प्रिंसीपल टू सम मैथड इज़ नीडेड टू फॉइल द रिप्ले अटैक जो मतलब कि दोबारे कोई भी इदां दे अटैक होंगे उन्होंने रिप्ले करने लिए आप यूज़ करते हैं। ठीक है। तो वन
सच मैसेज इंक्लूडिंग इन एवरी मैसेज आ टाइम स्टैप वैलिड फॉर से 10 सेकेंड, हर एक मैसेज लिए 10 सेकेंड लऊगा तो आफ्टर एवरी 10 सेकेंड मैसेज भी रिफ्रैश अपने आप ही दोबारा मैसेज जोड़ा रिफ्रैश होना शुरू हो जाऊगा। ठीक है जी। इस तो बाद जो पब्लिक की वाला टॉपिक हो रहा जी आप कल वाले लैक्चर करांगे। ओके बेटा, थैंक यू सो मच।